ਜਿਹੜੀ ਸੰਯੁਕਤ ਮੋਰਚੇ ਦੀ ਸਟੇਜ ਹੈ ਉੱਥੋਂ ਤੱਕ ਪਹੁੰਚਣਾ ਚਾਹੁੰਦੇ ਨੇ, ਇਹ ਕਹਿਣਾ ਹੈ ਉਹਨਾਂ ਜਥੇਬੰਦੀਆਂ ਵੱਲੋਂ। ਜਥੇਬੰਦੀਆਂ ਨੂੰ ਹੁਣ ਤੱਕ ਅਸੀਂ ਇਹੋ ਚੈਲੰਜ ਕਰਦੇ ਆਂ, ਕੋਈ ਇਹੋ ਜਿਹੀ ਵੀਡੀਓ, ਕੋਈ ਇਸ ਤਰ੍ਹਾਂ ਦੀ ਗੱਲਬਾਤ, ਕੋਈ ਉਹਦੀ ਇੰਟਰਵਿਊ ਕੁਛ ਤਾਂ ਕੱਢ ਕੇ ਦੀਪ ਸਿੱਧੂ ਦੀ, ਲੱਖੇ ਸਿਧਾਣੇ ਦੀ ਕੋਈ ਸਾਡੇ ਸਾਹਮਣੇ ਤਾਂ ਰੱਖਣ, ਜਿਹਦੇ ਵਿੱਚ ਲੱਖੇ ਸਿਧਾਣੇ ਨੇ ਇੱਕ ਲਫ਼ਜ਼ ਵੀ ਕਿਹਾ ਹੋਵੇ ਕਿ ਅਸੀਂ ਜਥੇਬੰਦੀਆਂ ਦੇ ਨਾਲ ਨਹੀਂ ਤੁਰਨਾ, ਅਸੀਂ ਜਥੇਬੰਦੀਆਂ ਦੇ ਦਿੱਤੇ ਹੋਏ ਪ੍ਰੋਗਰਾਮ 'ਤੇ ਨਹੀਂ ਚੱਲਣਾ। ਅਗਰ ਕੋਈ ਇਸ ਤਰ੍ਹਾਂ ਦਾ ਲਫ਼ਜ਼ ਤਾਂ ਦੱਸਣ ਸਾਨੂੰ, ਫਿਰ ਅਸੀਂ ਕਹਿ ਸਕਦੇ ਕਿ ਉਹਨੇ ਗਲਤੀ ਮੰਨੀ। ਜਥੇਬੰਦੀਆਂ ਦਾ ਕਹਿਣਾ ਹੈ ਕਿ ਸ਼ੁਰੂ ਹੋਇਆ ਸੀ ਕਿਸਾਨ ਅੰਦੋਲਨ, ਦੀਪ ਸਿੱਧੂ ਤੇ ਦੂਜੇ ਜਿਹੜਾ ਇਹਨਾਂ ਦਾ ਲਾਣਾ ਇਹ ਹੋਂਦ ਦੀ ਲੜਾਈ ਬਣਾ ਕੇ ਬੈਠ ਗਿਆ। ਦੇਖੋ ਜੀ, ਇਹਨਾਂ 3 ਕਾਲੇ ਕਾਨੂੰਨ ਵਾਪਸ ਹੋਣ ਨਾਲ ਕੀ ਗੱਲ, ਸਾਡੇ ਜਿਹੜੀਆਂ ਪੰਜਾਬ 'ਚ ਕਾਲੇ ਕਾਨੂੰਨ ਤਾਂ ਜੇ ਲਾਗੂ ਨਹੀਂ ਨਾ ਹੋਏ, ਸਿਰਫ ਸੈਂਟਰ ਸਰਕਾਰ ਨੇ ਉਹਨਾਂ ਨੂੰ ਪਾਸ ਕੀਤਾ, ਅਜੇ ਤੱਕ ਲਾਗੂ ਕਿਤੇ ਨਹੀਂ ਹੋਏ। ਇਹਦੇ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿੰਨੀਆਂ ਖੁਦਕੁਸ਼ੀਆਂ ਹਰ ਰੋਜ਼ ਹੁੰਦੀਆਂ ਸੀ, ਕਿੰਨੇ ਸਾਡੇ ਕਿਸਾਨ, ਕਿੰਨੀ ਨੌਜਵਾਨੀ ਸਾਡੀ ਮਰਦੀ ਸੀ। ਇਸ ਕਰਕੇ ਦੀਪ ਸਿੱਧੂ ਨੇ ਇੱਕ ਜੜ, ਉਹਨੇ ਇਹ ਗੱਲ ਕਹੀ ਸੀ ਕਿ ਆਪਾਂ ਬਿਮਾਰੀ ਦੀ ਜੜ ਨੂੰ ਫੜੋ, ਨਾ ਕਿ ਬਿਮਾਰੀ ਆ ਬੁਖਾਰ ਚੜਿਆ ਉਹਦੀਆਂ 2 ਗੋਲੀਆਂ ਲੈ ਲਈਆਂ ਉਸ ਤੋਂ ਬਾਅਦ ਠੀਕ ਹੋ ਗਿਆ ਆਪਣਾ ਕੰਮ ਕਰਨਾ ਸ਼ੁਰੂ ਕਰ ਦਿਓ। ਉਸਨੇ ਇਹ ਗੱਲ ਕਹੀ ਹੈ ਕਿ ਬਿਮਾਰੀ ਦੀ ਜੜ ਨੂੰ ਫੜੋ, ਜੜ ਪੱਟੋ, ਸਾਰਾ ਕੰਮ ਆਪਣਾ ਸਹੀ ਹੋ ਜਾਊਗਾ। ਇਸ ਚੀਜ਼ ਤੋਂ ਜਿਹੜੀਆਂ ਸਾਡੀਆਂ ਕਾਮਰੇਡ ਜਥੇਬੰਦੀਆਂ ਨਾ, ਖਾਸ ਕਰਕੇ ਜਿਹੜਾ ਕਾਮਰੇਡ ਲਾਣਾ, ਉਹਨੂੰ ਇਸ ਚੀਜ਼ ਤੋਂ ਐਲਰਜੀ ਆ ਕਿ ਸਾਨੂੰ 40-40 ਸਾਲ, 50-50 ਸਾਲ ਹੋ ਗਏ ਆ ਇਹਨਾਂ ਚੀਜ਼ਾਂ ਜਥੇਬੰਦੀਆਂ ਦੇ ਪਿੱਛੇ ਤੁਰਿਆਂ ਫਿਰਦਿਆਂ ਨੂੰ। 10-10 ਬੰਦੇ ਇਹਨਾਂ ਦੇ ਪਿੱਛੇ ਨਹੀਂ ਗਏ। ਇਸ ਬੰਦੇ ਨੇ 2-2.5 ਮਹੀਨੇ ਦੇ ਵਿੱਚ ਬੰਬੇ ਤੋਂ ਆਣ ਕੇ ਸਾਡੀ ਪੰਜਾਬ ਦੀ ਹੋਂਦ ਤੇ, ਪੰਜਾਬ ਦੀ ਰਾਜਨੀਤੀ ਤੇ, ਪੰਜਾਬ ਦੀ ਕਿਸਾਨੀ ਤੇ ਸਰਚ ਕਰਕੇ ਆਪਣਾ ਚਿਹਰਾ ਪੰਜਾਬ ਦੇ ਸਭ ਤੋਂ ਉੱਪਰ ਲੈ ਆਂਦਾ। ਉਹ ਇਸ ਚੀਜ਼ ਤੋਂ ਬਹੁਤ ਜ਼ਿਆਦਾ ਐਲਰਜੀ ਮੰਨਦੇ ਨੇ ਕਿ ਇਹ ਸਾਡੇ ਤੇ ਹਾਵੀ ਹੁੰਦਾ ਦਿਸਦਾ ਜੀ। ਇਸ ਕਰਕੇ ਉਹਨੂੰ ਬਦਨਾਮ ਕਰਨ ਦੀ ਜਿੰਨੀ ਵੀ ਉਹਨਾਂ ਤੋਂ ਕੋਸ਼ਿਸ਼ ਹੁੰਦੀ ਹੈ ਉਹ ਕਰਦੇ ਨੇ। ਕਿਸਾਨ ਜਥੇਬੰਦੀਆਂ ਅੱਜ ਇਸ ਅੰਦੋਲਨ ਨੂੰ ਹਰ ਘਰ ਤੱਕ ਭਾਰਤ ਦੇ ਪਹੁੰਚਾਉਣ ਵਾਸਤੇ ਪੂਰੇ ਦੇਸ਼ ਦੇ ਵਿੱਚ ਸੰਘਰਸ਼ੀਲ ਨੇ ਤੇ ਕਿਸਾਨ ਆਗੂ ਜਿਹੜੇ ਨੇ ਉਹ ਲਗਾਤਾਰ ਵੱਖ-ਵੱਖ ਸਟੇਟਾਂ ਦੇ ਵਿੱਚ ਪਹੁੰਚ ਕਰ ਰਹੇ ਨੇ। ਵੱਡੀਆਂ ਰੈਲੀਆਂ ਹੋ ਰਹੀਆਂ ਨੇ, ਜਿਵੇਂ ਕਿ ਆਪਾਂ ਪੱਛਮੀ ਬੰਗਾਲ ਦੀ ਉਦਾਹਰਨ ਲੈ ਲਈਏ। ਤੁਹਾਨੂੰ ਕੀ ਕਹਿਣਾ ਚਾਹੋਗੇ ਇਸ ਤੇ? ਤੁਸੀਂ ਮੈਨੂੰ ਇੱਕ ਗੱਲ ਦੱਸੋ, ਸਾਡੇ ਆਪਣੇ ਪੰਜਾਬ ਸਾਡਾ ਇੱਕ ਘਰ ਆ, ਸਾਡੇ ਆਪ ਦੇ ਘਰ ਦੇ ਵਿੱਚ ਤਾਂ ਪਾੜਾ ਪਿਆ ਹੋਇਆ। ਅਸੀਂ ਇੱਕ ਪਰਿਵਾਰ ਦੇ ਵਿੱਚ 4 ਮੈਂਬਰ ਆ, 2 ਉੱਧਰ ਨੇ 2 ਉੱਧਰ ਨੇ, ਉਹ ਤਾਂ ਆਪਸ ਵਿੱਚ ਮਿਲ ਕੇ ਬਹਿ ਨਹੀਂ ਸਕਦੇ। ਪੱਛਮੀ ਬੰਗਾਲ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਕੀ ਸਮਝਾ ਦਾਂਗੇ? ਅਜੇ ਹੁਣ ਕੱਲ੍ਹ ਹਜੇ ਸਾਡੀਆਂ MC ਦੀਆਂ ਵੋਟਾਂ ਪੈ ਕੇ ਹਟੀਆਂ ਪੰਜਾਬ ਦੇ ਵਿੱਚ। ਕਿੰਨਾ ਕੁ ਲੋਕਾਂ ਨੇ ਸਾਡਾ ਕਿਸਾਨ ਯੂਨੀਅਨ ਦਾ ਜਾਂ ਸਾਡੀ ਕਿਸਾਨੀ ਦਾ ਦਰਦ ਮੰਨਿਆ? ਲੋਕਾਂ ਨੇ MC ਦੀਆਂ ਵੋਟਾਂ ਨੇ, ਬਹੁਤ ਛੋਟੇ ਲੈਵਲ ਦੀਆਂ ਵੋਟਾਂ ਨੇ, ਉਹਦੇ ਵਿੱਚ ਵੀ ਇੱਕ ਦੂਜੇ ਤੇ ਗੋਲੀਆਂ ਵੀ ਚਲਾਈਆਂ ਨੇ, ਇੱਕ ਦੂਜੇ ਦੇ ਛਿੱਤਰ ਵੀ ਮਾਰੇ ਨੇ, ਪੱਗਾਂ ਵੀ ਲਾਈਆਂ ਨੇ, ਰਾਜਨੀਤਿਕ ਪਾਰਟੀਆਂ ਦੇ ਪਿੱਛੇ ਲੱਗ ਕੇ ਕੀਤਾ। ਪੱਛਮੀ ਬੰਗਾਲ ਦੇ ਵਿੱਚ 200 ਕੁਛ ਗੱਡੀਆਂ ਭੇਜ ਕੇ ਹਰ ਜ਼ਿਲ੍ਹੇ ਦੇ ਵਿੱਚ ਕੀ ਹੈ, ਸਿਰਫ ਉਹ ਇੱਕ ਜਿਹੜਾ ਉੱਥੇ ਕਿਸਾਨੀ ਮੋਰਚਾ ਲੱਗਾ ਹੋਇਆ, ਉਹਦੀਆਂ ਸਟੇਜਾਂ 'ਤੇ ਉਹਨਾਂ ਕੋਲੇ ਦੇਣ ਨੂੰ ਪ੍ਰੋਗਰਾਮ ਹੈ ਨਹੀਂ ਕੋਈ ਸਾਨੂੰ। ਸਿਰਫ ਉਹਨਾਂ ਲੋਕਾਂ ਦੀ ਜਵਾਬਦੇਹੀ ਤੋਂ ਬਚਣ ਵਾਸਤੇ ਉਹਨਾਂ ਨੇ ਇੱਕ ਪੈਂਤੜਾ ਕਰ ਲਿਆ ਕਿ ਅਸੀਂ ਪੱਛਮੀ ਬੰਗਾਲ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਜੀ, BJP ਨੂੰ ਵੋਟਾਂ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਬਾਕੀ ਪਾਰਟੀਆਂ ਕੀ ਗੱਲ ਇਹਨਾਂ ਦੇ ਪੱਖ ਦੇ ਵਿੱਚ। ਮੰਨ ਲਓ ਕੱਲ੍ਹ ਨੂੰ ਅਗਰ ਪੱਛਮੀ ਬੰਗਾਲ ਦੇ ਵਿੱਚ BJP ਜਿੱਤ ਜਾਂਦੀ ਹੈ, ਫਿਰ ਕਿਸਾਨੀ ਮੋਰਚੇ 'ਤੇ ਜਾਂ ਸਾਡੀਆਂ ਜਥੇਬੰਦੀਆਂ 'ਤੇ ਜਾਂ ਪੰਜਾਬ ਦੇ ਲੀਡਰਾਂ 'ਤੇ ਕੀ ਅਸਰ ਪਊਗਾ? ਫਿਰ ਅਸੀਂ ਕੀ ਜਵਾਬ ਦੇਵਾਂਗੇ ਲੋਕਾਂ ਨੂੰ ਕਿ ਅਸੀਂ ਪੱਛਮੀ ਬੰਗਾਲ ਦੇ ਵਿੱਚ ਬੜਾ ਪ੍ਰਚਾਰ ਕਰਕੇ ਆਏ ਸੀ, ਪਰ BJP ਫਿਰ ਵੀ ਉੱਥੋਂ ਜਿੱਤ ਜਾਂਦੀ ਹੈ, ਫਿਰ ਸਾਡੇ ਪੱਲੇ ਕੀ ਰਹੂਗਾ? ਜਿਹੜੇ ਕੰਮ ਲਈ ਅਸੀਂ ਇੱਕ ਪਾਸੇ ਦਾ ਅਸੀਂ ਕਹਿੰਦੇ ਹਾਂ, ਜਦੋਂ ਕੋਈ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਹੋਣ ਦੀ ਗੱਲ ਕਰਦਾ, ਅਸੀਂ ਕਹਿੰਦੇ ਨੇ ਨਾ ਜੀ ਅਸੀਂ ਸਿਰਫ 3 ਕਾਲੇ ਕਾਨੂੰਨਾਂ ਦੀ ਗੱਲ ਕਰਨੀ, 3 ਕਾਲੇ ਕਾਨੂੰਨ ਰੱਦ ਕਰਾਉਣੇ, ਤੀਜੀ ਕੋਈ ਗੱਲ ਨਹੀਂ ਕਰਨੀ। ਤੁਸੀਂ ਖੁਦ ਜਾ ਕੇ ਰਾਜਨੀਤੀ ਵਾਲੇ ਕੰਮ ਸ਼ੁਰੂ ਕਰ ਦਿੱਤੇ ਨੇ। ਜਦੋਂ ਸਾਡੇ ਕੋਲ ਪ੍ਰੋਗਰਾਮ ਤਾਂ ਦੇਣ ਨੂੰ ਸਾਡੇ ਕੋਲ ਹੈ ਨਹੀਂ, ਅਸੀਂ ਜਾ ਕੇ ਹੁਣ ਰਾਜਨੀਤੀ ਖੇਡਣੀ ਸ਼ੁਰੂ ਕਰਤੀ। ਆਪ ਜਹਾਜ਼ਾਂ ਦੇ ਵਿੱਚ ਬੈਠੇ ਆ, ਜਿੰਨੇ ਮੇਨ ਲੀਡਰ ਉਹ ਜਹਾਜ਼ਾਂ ਦੇ ਵਿੱਚ ਸਫ਼ਰ ਕਰਕੇ ਪੱਛਮੀ ਬੰਗਾਲ ਪਹੁੰਚ ਗਏ। ਸਾਡੇ ਵਰਗੇ ਜਿਹੜੇ ਨੇ ਚੇਲੇ ਚਪਟੇ, ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾਇਆ, ਚਲੋ ਜੀ ਇੱਕ ਜ਼ਿਲ੍ਹੇ ਦੇ ਵਿੱਚ ਪ੍ਰਚਾਰ ਕਰੋ। BJP ਨੂੰ ਵੋਟਾਂ ਨਹੀਂ ਪਾਉਣੀਆਂ, ਹੋਰ ਜਿਹਨੂੰ ਮਰਜ਼ੀ ਪਾ ਦਿਓ। ਕੱਲ੍ਹ ਨੂੰ ਫਿਰ ਇਹ ਪੰਜਾਬ ਦੇ ਵਿੱਚ ਜਦੋਂ 2022 ਦਾ ਇਲੈਕਸ਼ਨ ਜਾਂ ਆਉਂਦਾ, ਉੱਥੇ ਫਿਰ ਜਥੇਬੰਦੀਆਂ ਇਹ ਕਹਿੰਦੀਆਂ BJP ਨੂੰ ਨਾ ਪਾਓ, ਕਾਂਗਰਸ ਨੂੰ ਬਣਾ ਦਿਓ। ਕਾਂਗਰਸ ਦੀ ਕੀ ਦੇਣ ਆ ਸਾਨੂੰ? ਸਭ ਤੋਂ ਪਹਿਲਾਂ ਪੰਜਾਬ ਦੀ ਨਸਲਕੁਸ਼ੀ ਜਿਹੜੀ ਆ ਉਹ ਕਾਂਗਰਸ ਨੇ ਕੀਤੀ। ਸਾਡੀ ਨੌਜਵਾਨੀ ਦੀ, ਸਿੱਖਾਂ ਦੀ ਸਭ ਤੋਂ ਵੱਧ ਨਸਲਕੁਸ਼ੀ ਇਹਨਾਂ ਨੇ ਕੀਤੀ ਹੈ ਦਿੱਲੀ ਦੇ ਵਿੱਚ 84 ਦੇ ਵਿੱਚ। ਤੁਸੀਂ ਕਿਸਾਨ ਅੰਦੋਲਨ ਨਾਲ ਨਸਲਕੁਸ਼ੀ ਨੂੰ ਕਿਉਂ ਜੋੜ ਰਹੇ ਹੋ? ਜਦੋਂ ਮੰਨ ਲਓ ਹੁਣ ਤੁਸੀਂ ਇੱਕ ਕਹਿ ਰਹੇ ਹੋ BJP ਨੂੰ ਵੋਟ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾਓ, ਲੋਕਾਂ ਕੋਲੇ ਆਪਸ਼ਨ ਕੀ ਆ? ਕਾਂਗਰਸ ਹੀ ਹੈ। ਫਿਰ ਇਹਦਾ ਮਤਲਬ ਸਿੱਧਾ ਅਸੀਂ ਇਹ ਕਹਿ ਰਹੇ ਹਾਂ ਵੀ ਕਾਂਗਰਸ ਨੂੰ ਵੋਟਾਂ ਪਾ ਦਿਓ। ਨਹੀਂ, ਨਸਲਕੁਸ਼ੀ ਵੇਲੇ ਤਾਂ BJP ਦੇ ਖੁਦ ਜਿਹੜੇ ਵੱਡੇ ਆਗੂ ਨੇ ਉਹ ਸਪੋਰਟ ਕਰ ਰਹੇ ਸਨ। ਕਿਹਾ ਤੇ ਇਹ ਵੀ ਜਾ ਰਿਹਾ ਇਤਿਹਾਸਕਾਰਾਂ ਮੁਤਾਬਕ ਕਿ ਜਿਹੜੀ ਉਹ ਸਾਰਾ ਕੁਝ ਕਰਤਾ ਧਰਤਾ ਸਨ ਉਹ ਹੈ ਹੀ BJP ਸੀ, ਉਸ ਟਾਈਮ ਜਨਤਾ ਪਾਰਟੀ ਸੀ। ਜਦੋਂ ਗੱਲ ਮੇਨ ਇਹ ਹੈ ਜੀ, ਜਦੋਂ ਅਸੀਂ ਇੱਕ ਗੱਲ ਰਾਜਨੀਤਿਕ ਪਾਰਟੀਆਂ ਤਾਂ ਕਹਿੰਦੇ ਅਸੀਂ ਵੜਨ ਹੀ ਨਹੀਂ ਦੇਣੀਆਂ, ਰਾਜਨੀਤੀ ਦੀ ਤਾਂ ਗੱਲ ਹੈ ਹੀ ਨਹੀਂ। ਜਿਹੜੇ ਕਹਿੰਦੇ ਨੇ, ਕਿਉਂਕਿ ਜਿਹੜੀਆਂ ਯੂਨੀਅਨਾਂ ਬਣਦੀਆਂ, ਕਿਸਾਨ ਯੂਨੀਅਨ ਬਣਦੀ, ਅਗਰ ਕਹਿੰਦੇ ਜਿਹੜਾ ਕੋਈ ਬੰਦਾ ਕਿਸਾਨ ਯੂਨੀਅਨ ਦਾ ਮੈਂਬਰ ਬਣ ਜਾਂਦਾ ਉਹ ਰਾਜਨੀਤੀ 'ਚ ਨਹੀਂ ਆ ਸਕਦਾ, ਉਹ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਵੀ ਨਹੀਂ ਬਣ ਸਕਦਾ। ਫਿਰ ਅਸੀਂ ਰਾਜਨੀਤਿਕ ਪਾਰਟੀਆਂ ਦਾ ਸਾਥ ਦੇਣ ਵਾਸਤੇ ਪੱਛਮੀ ਬੰਗਾਲ 'ਚ ਕਿਉਂ ਤੁਰੇ ਫਿਰਦੇ ਹਾਂ? ਸਾਡਾ ਤਾਂ ਹੱਕ ਨਹੀਂ ਮੰਨਦਾ। ਸੰਯੁਕਤ ਮੋਰਚੇ ਦੀ ਸਟੇਜ ਦੇ ਉੱਤੇ ਪੂਰੇ ਵਰਲਡ ਦੇ ਵਿੱਚ ਪ੍ਰਚਾਰ ਜਾਂਦਾ ਸਾਡਾ,
ਹਰ ਇੱਕ ਟੀਵੀ ਚੈਨਲ ਸਾਨੂੰ ਕਵਰ ਕਰਦਾ, ਸੋਸ਼ਲ ਮੀਡੀਆ ਇੰਨਾ ਤਕੜਾ, ਤੁਸੀਂ ਉੱਥੇ ਬਹਿ ਕੇ ਰੋਜ਼ ਪ੍ਰਚਾਰ ਕਰੋ। ਮੋਰਚੇ 'ਚ ਜਿਹੜੇ ਲੋਕ ਬੈਠੇ ਤੁਸੀਂ ਉਹਨਾਂ ਨੂੰ ਸੰਭਾਲੋ, ਉੱਥੋਂ ਜੋ ਮਰਜ਼ੀ ਪ੍ਰਚਾਰ ਕਰੋ, ਪੱਛਮ ਬੰਗਾਲ ਬਾਰੇ ਵੀ ਗੱਲ ਕਰ ਦਿਓ, ਰੋਜ਼ ਘੰਟਾ ਲਾਓ, 2 ਘੰਟੇ ਲਾਓ, ਲੋਕਾਂ ਨੂੰ ਸਮਝਾ ਦਿਓ। ਕੀ ਸਮਝਾਉਣਾ? ਤੁਸੀਂ ਸਟੇਜ ਸੱਦ ਕੇ ਤੇ ਪੱਛਮ ਬੰਗਾਲ ਦੇ ਵਿੱਚ ਜਾ ਕੇ ਬਹਿ ਗਏ ਜੀ। ਇਹ ਗੱਲ ਜਦੋਂ ਅਸੀਂ ਭਾਈ ਰਵਨੀਤ ਸਿੰਘ ਜਿਹੜਾ ਡਿਪਟੀ ਉਹਨਾਂ ਦੀ ਸ਼ਹਾਦਤ ਦਾ ਪ੍ਰੋਗਰਾਮ ਅਸੀਂ ਰੱਖਿਆ ਸੀ, ਉੱਥੇ ਉਹਨਾਂ ਦੇ ਦਾਦਾ ਜੀ ਆਏ ਸੀ। ਫਿਰ ਸੰਯੁਕਤ ਮੋਰਚੇ ਦੀ ਸਟੇਜ ਤੋਂ ਵੀ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਮੈਂ ਕਈ ਦਿਨਾਂ ਤੋਂ ਇਹ ਚੀਜ਼ ਦੇਖ ਰਿਹਾ ਵੀ ਸਿੰਘੂ ਬਾਰਡਰ ਦੇ ਉੱਤੇ ਇੱਕ ਵੀ ਵੱਡਾ ਲੀਡਰ ਜਿਹੜਾ ਮੈਨੂੰ ਨਜ਼ਰ ਨਹੀਂ ਆ ਰਿਹਾ। ਲੋਕ ਤੁਹਾਡੇ ਨਾਲ ਨੇ, ਲੋਕ ਤੁਹਾਡਾ ਸਾਥ ਦੇਣ ਨੂੰ ਤਿਆਰ ਨੇ, ਸਾਰਾ ਕੁਝ ਤਿਆਰ ਆ, ਪਰ ਜਿਹੜੇ ਵੱਡੇ ਲੀਡਰ ਉਹ ਗਾਇਬ ਹੁੰਦੇ ਫਿਰਦੇ ਨੇ। ਉਹ ਲੁਕਦੇ ਫਿਰਦੇ ਕਿਉਂ? ਕਿਉਂਕਿ ਸਾਡੇ ਕੋਲ ਕੋਈ ਪ੍ਰੋਗਰਾਮ ਹੈ ਨਹੀਂ ਦੇਣ ਨੂੰ। ਜਿਸ ਤਰ੍ਹਾਂ ਜੇ ਅੱਜ ਆਪਾਂ ਇੱਥੇ ਗੱਲ ਕਰੀਏ, ਮਸਤੂਆਣਾ ਸਾਹਿਬ ਦੀ ਇਹ ਰੈਲੀ ਹੈ, ਇੱਥੇ ਵਾਰ-ਵਾਰ ਜਿਹੜੇ ਪ੍ਰਚਾਰਕ ਨੇ ਕਹਿ ਰਹੀਏ ਤਾਂ ਗਰਮ ਖਿਆਲੀ ਜ਼ਿਆਦਾ ਇੱਥੇ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਕਾਫੀ ਸੱਜਣਾ ਦੁਆਰਾ ਵਾਰ-ਵਾਰ ਜ਼ਿਕਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਕੀਤਾ ਗਿਆ। ਤੁਸੀਂ ਵੀ ਧਿਆਨ ਨਾਲ ਇਹ ਸੁਣਿਆ ਹੋਣਾ, ਜਦੋਂ ਕਿ ਕੌਮ ਨੂੰ ਜਾਂ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਨੂੰ ਸਮਾਂ ਦਿੱਤਾ ਸੀ, ਬਕਾਇਦਾ ਚੁਣ ਕੇ ਭੇਜਿਆ ਸੀ। ਅੱਜ ਉਹ ਕੀ ਕਰ ਲੈਣਗੇ ਜਿਹੜਾ ਉਸ ਵਕਤ ਨਹੀਂ ਕੁਝ ਕਰ ਸਕੇ? ਬਿਲਕੁਲ ਜੀ, ਉਸ ਚੀਜ਼ ਦੇ ਵਿੱਚ ਤੇ ਮੈਂ ਕੋਈ ਕਮੈਂਟ ਤਾਂ ਨਹੀਂ ਕਰਨਾ ਚਾਹੁੰਦਾ। ਬਾਕੀ ਇਹ ਸਭ ਨੂੰ ਸਾਨੂੰ ਪਤਾ ਕਿ ਅਗਰ ਮੰਨ ਲਓ ਅਸੀਂ ਰਾਜਨੀਤੀ ਦੇ ਵਿੱਚ ਆਏ ਹਾਂ, ਸਮੇਂ ਦੇ ਹਿਸਾਬ ਨਾਲ ਥੋੜਾ ਬਹੁਤਾ ਆਪਾਂ ਨੂੰ ਵੀ ਆਪਦੇ ਤਰੀਕੇ ਨਾਲ ਚੱਲ ਕੇ ਅੱਗੇ ਜਾਣਾ ਚਾਹੀਦਾ ਸੀ। ਮਾਨ ਸਾਹਿਬ ਨੂੰ ਲੋਕਾਂ ਨੇ ਅਸੈਂਬਲੀ ਦੇ ਵਿੱਚ ਭੇਜਿਆ ਸੀ ਚੁਣ ਕੇ। ਜੇ ਥੋੜੀ ਬਹੁਤੀ ਆਪਦੀ ਉਹ ਐਡਵਾਈਸ ਛੱਡ ਕੇ ਉਹ ਰਾਜਨੀਤੀ ਦੇ ਪਿੰਡ ਤੇ ਸਹੀ ਤੁਰਦੇ, ਹੋ ਸਕਦਾ ਪੰਜਾਬ ਦਾ ਬਦਲਾਅ ਹੋ ਜਾਂਦਾ, ਪਰ ਹੁਣ ਉਹ ਵੇਲਾ ਅਸੀਂ ਹੱਥੋਂ ਲੰਘਾ ਲਿਆ ਸੀ। ਇੱਕ ਤੁਸੀਂ ਹਰਮੀਤ ਜੀ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਕਾਮਰੇਡ ਲਾਣਾ, ਜੇਕਰ ਅੱਜ ਦੀ ਇੱਥੇ ਮਸਤੂਆਣਾ ਸਾਹਿਬ ਵਾਲੀ, ਜੇਕਰ ਇਹ ਰੈਲੀ ਜਿਹੜੀ ਮਸਤੂਆਣਾ ਸਾਹਿਬ ਦੀ, ਜੇ ਆਪਾਂ ਇਸ ਦੀ ਗੱਲ ਕੀਤੀ ਜਾਵੇ, ਜਿਸ ਨੂੰ ਕਨਵੈਨਸ਼ਨ ਕਿਹਾ ਗਿਆ ਸੀ ਸ਼ੁਰੂ 'ਚ ਪ੍ਰਬੰਧਕਾਂ ਦੁਆਰਾ, ਬਟ ਇਹ ਰੈਲੀ ਦਾ ਰੂਪ ਲੈ ਚੁੱਕੀ ਹੈ, ਤਾਂ ਇਸ ਦੇ ਵਿੱਚ ਕਈ ਸਿਰਕੱਢ ਆਗੂ ਜਿਹੜੇ ਨੇ, ਬਲਾਕਾਂ ਦੇ ਆਗੂ ਜਿਹੜੇ ਨੇ, ਉਗਰਾਹਾਂ ਦੇ ਖਾਸ ਕਰਕੇ ਡਕਾਉਂਦਾ ਦੇ ਉਹ ਪਹੁੰਚੇ ਹੋਏ ਨੇ। ਜਿੰਨਾ ਕਾਮਰੇਡ ਲਾਣੇ ਦੇ ਵਿੱਚ ਇਹ ਨਹੀਂ ਹੁੰਦਾ ਕਿ ਸਾਰੇ ਮਾੜੇ ਹੁੰਦੇ, ਜਿਨ੍ਹਾਂ ਦੀ ਜਾਗਦੀ ਜ਼ਮੀਰ ਆ ਉਹ ਕਾਮਰੇਡ ਵੀ ਜਿਹੜੇ ਸਾਡੇ ਆਪਦੇ ਆਗੂਆਂ ਤੋਂ ਵੀ ਤਕੜੇ ਨੇ, ਸਹੀ ਸੋਚ ਵਾਲੇ ਨੇ, ਪਰ ਜਿਨ੍ਹਾਂ ਨੇ ਆਪਦੇ ਨਾਂ ਦੇ ਪਿੱਛੇ ਤਾਂ ਕਾਮਰੇਡ ਲਾਇਆ, ਪਰ ਉਹਨਾਂ ਨੇ ਸਹੀ ਕਾਮਰੇਡਾਂ ਵਾਲੇ ਕੰਮ ਨਹੀਂ ਕੀਤੇ। ਕਾਮਰੇਡ ਜਿਹੜੇ ਅਸਲੀਅਤ ਦੇ ਵਿੱਚ ਕਾਮਰੇਡ ਨੇ, ਉਹਨਾਂ ਨੇ ਕਦੇ ਇਸ ਤਰ੍ਹਾਂ ਦੇ ਵਖਰੇਵੇਂ ਵਾਲੀਆਂ ਗੱਲਾਂ ਕਦੇ ਕੀਤੀਆਂ ਨਹੀਂ ਜਿਹੜੀਆਂ ਹੁਣ ਕਰ ਰਹੇ ਨੇ। ਹੁਣ ਤੁਸੀਂ ਇਹ ਦੇਖੋ, ਰਾਜੇਵਾਲ ਸਾਹਿਬ ਨੂੰ ਕੱਲ ਪਰਸੋਂ ਪੱਤਰਕਾਰ ਸਵਾਲ ਕਰ ਰਹੇ ਸੀ, ਮੱਕੜ ਸੀ ਆਪਣਾ ਜਿਹੜਾ ਵੀਰ ਆ, ਉਹਨੇ ਸਵਾਲ ਕੀਤਾ ਕਿ ਵੀ ਰਾਜੇਵਾਲ ਸਾਹਿਬ ਵੀ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਤੁਸੀਂ ਹੁਣ ਦੱਸੋ ਕਿ ਹੁਣ ਤੁਹਾਡਾ ਕੀ ਸਟੈਂਡ, ਤੁਸੀਂ ਹੁਣ ਵੀ ਉਹੀ ਸਟੈਂਡ ਰੱਖਦੇ ਹੋ ਜਾਂ ਕੁਝ ਤੁਹਾਡਾ ਵਤੀਰਾ ਬਦਲਿਆ? ਲੱਖਾਵਾਲ ਸਾਹਿਬ ਕਹਿੰਦੇ, ਰਾਜੇਵਾਲ ਸਾਹਿਬ ਕਹਿੰਦੇ ਆ ਜੀ ਮੈਨੂੰ ਕੋਈ ਦੀਪ ਨਾਲ ਐਲਰਜੀ ਨਹੀਂ, ਮੈਨੂੰ ਕੋਈ ਲੱਖੇ ਨਾਲ ਕੋਈ ਵੈਰ ਨਹੀਂ ਮੇਰਾ, ਪਰ ਮੈਂ ਆਪਦੇ ਸੰਘਰਸ਼ ਦੇ ਨੂੰ ਸਮਰਪਿਤ ਹਾਂ। ਅਸੀਂ ਇੱਕ ਪਾਸੇ ਤਾਂ ਕਹਿੰਦੇ ਆ ਕਿ ਮੋਦੀ ਜਿਹੜਾ ਨਾਂ ਦਾ ਪ੍ਰਧਾਨ ਮੰਤਰੀ ਆ, ਪਰ ਉਹਦੇ ਵੱਸ 'ਚ ਕੁਝ ਨਹੀਂ। ਫਿਰ ਰਾਜੇਵਾਲ ਸਾਹਿਬ ਹੁਣੀ ਸਿੱਧੇ ਖੁੱਲੇ ਦਿਲ ਨਾਲ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਅਸੀਂ ਲੱਖੇ ਸਿਧਾਣੇ ਨੂੰ ਅਪਣਾਉਣੇ ਆ? ਸਾਡੀ ਸੰਯੁਕਤ ਮੋਰਚੇ ਦੀ ਸਟੇਜ ਤੋਂ ਆਣ ਕੇ ਲੱਖਾ ਸਿਧਾਣਾ ਸਪੀਚ ਦੇਵੇ। ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਜੇਕਰ ਲੱਖਾ ਸਿਧਾਣਾ ਖਾਸ ਕਰਕੇ ਜੇਕਰ ਉਹ ਸ਼ਰੇਆਮ ਆਣ ਕੇ ਕਹਿੰਦੇ ਨੇ ਸਾਡੀ 26 ਦੀ ਗਲਤੀ ਸੀ, ਤਾਂ ਉਹਨਾਂ ਨੂੰ ਅਪਣਾਉਣ ਵਾਸਤੇ ਤਿਆਰ ਨੇ। ਤੁਸੀਂ ਐਂ ਕਰੋ, ਰਜਿੰਦਰ ਸਿੰਘ ਦੀਪ ਸਿੰਘ ਵਾਲੇ ਨੂੰ ਕਹੋ ਕਿ ਸਟੇਜ ਤੇ ਖੜ ਕੇ ਮਾਫੀ ਮੰਗੇ, ਉਹ ਇਹ ਗੱਲ ਦੀ ਮਾਫੀ ਮੰਗੇ ਕਿ ਹਾਂ ਮੇਰੇ ਤੋਂ ਗਲਤੀ ਹੋਈ ਹੈ, ਮੈਂ ਜੋ ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਗਦਾਰ ਤੇ ਦੱਲੇ ਕਿਹਾ, ਮੈਂ ਉਸ ਗੱਲ ਦੀ ਮਾਫੀ ਮੰਗਦਾ। ਚਲੋ ਠੀਕ ਹੈ, ਉਹ ਪਤਾ ਨਹੀਂ ਉਹਦੇ ਵਿੱਚ ਲੱਖੇ ਸਿਧਾਣੇ ਹੋਣੀ, ਤਾਂ ਦੇਖੋ ਮੈਂ ਖੁਦ ਲਾਲ ਕਿਲੇ ਤੱਕ ਪਹੁੰਚਿਆ, ਮੈਂ ਤਾਂ ਲੱਖਾ ਸਿਧਾਣਾ ਦੇਖਿਆ ਨਹੀਂ ਉਸ ਦਿਨ। ਲੱਖਾ ਸਿਧਾਣਾ ਉੱਥੇ ਬਿਲਕੁਲ ਹਾਜ਼ਰ ਨਹੀਂ ਸੀ, ਦੀਪ ਸਿੱਧੂ ਹਾਜ਼ਰ ਸੀ, ਉਹਨੇ ਲਾਈਵ ਹੋ ਕੇ ਆਪਦਾ ਸਾਰਾ ਕੁਝ ਪਾਇਆ, ਉਹਦੇ ਵਿੱਚ ਕੋਈ ਹੈ ਨਹੀਂ। ਔਰ ਉਹਦੇ ਵਿੱਚ ਅਜੇ ਤੱਕ ਦਿੱਲੀ ਪੁਲਿਸ ਵੀ ਨਹੀਂ ਸਾਬਤ ਕਰ ਸਕੀ ਕਿ ਕੋਈ ਵੀ ਦੀਪ ਸਿੱਧੂ ਦਾ ਇਹੋ ਜਿਹਾ ਕੋਈ ਭੜਕਾਊ ਬਿਆਨ ਜਾਂ ਭੜਕਾਊ ਸਪੀਚ ਜਾਂ ਕਿਤੇ ਉਹ ਦਿੱਲੀ ਪੁਲਿਸ ਦੇ ਵਿਰੁੱਧ ਚੱਲਦਾ ਨਜ਼ਰ ਆਇਆ ਹੋਵੇ, ਪਬਲਿਕ ਨੂੰ ਭੜਕਾਉਂਦਾ ਨਜ਼ਰ ਆਇਆ ਹੋਵੇ। ਅਗਰ ਸੰਯੁਕਤ ਮੋਰਚਾ ਪਹਿਲਾਂ ਇਸ ਚੀਜ਼ ਦੀ ਪਹਿਲ ਕਰਦਾ, ਉਹ ਮਾਫੀ ਮੰਗੇ ਕਿ ਹਾਂ ਅਸੀਂ ਆਪਦੀ ਨੌਜਵਾਨੀ ਨੂੰ ਮਾੜਾ ਬੋਲ ਬੈਠੇ ਹਾਂ, ਸਾਡੇ ਤੋਂ ਗਲਤੀ ਹੋ ਗਈ ਆ, ਅਸੀਂ ਵੀ ਸੌਰੀ ਫੀਲ ਕਰ ਲਾਂਗੇ, ਅਸੀਂ ਲੱਖੇ ਦੀ ਥਾਂ ਤੇ ਜਾ ਕੇ ਸੌਰੀ ਫੀਲ ਕਰ ਲਾਂਗੇ। ਅੱਗੇ ਹੱਥ ਤਾਂ ਵਧਾਉਣਾ। ਅਸੀਂ ਤਾਂ ਜਿੱਦਣ ਮਹਿਰਾਜ ਰੈਲੀ ਹੋਈ ਉਦੋਂ ਵੀ ਲੱਖੇ ਸਿਧਾਣੇ ਨੇ ਇਹੋ ਸਪੀਚ ਦਿੱਤੀ ਹੈ ਕਿ ਅਸੀਂ ਇਹ ਜਿਹੜਾ ਇਕੱਠ ਹੈ ਵੀ ਸਾਡਾ ਜਥੇਬੰਦੀਆਂ ਦੇ ਹੱਕ 'ਚ ਹੈ, ਸੰਯੁਕਤ ਮੋਰਚੇ ਦੇ ਹੱਕ 'ਚ ਹੈ। ਅਸੀਂ ਇਹਨਾਂ ਦੀ ਸਪੋਰਟ ਵਾਸਤੇ ਇਹ ਸਿਰਫ ਇੱਕ ਰੈਲੀ ਇਕੱਠ ਕੀਤਾ ਸੀ ਨੌਜਵਾਨੀ ਦਾ। ਜਥੇਬੰਦੀਆਂ ਨੇ ਉਦੋਂ ਵੀ ਸਵਾਲ ਚੱਕੇ ਸੀ ਕਿ ਮੰਨ ਲਾਂਗੇ ਜੇ ਲੱਖਾ ਸਿਧਾਣਾ ਦੀਪ ਸਿੱਧੂ 1 ਲੱਖ ਦਾ ਇਕੱਠ ਕਰ ਲੈਣ, ਜਦੋਂ ਉੱਥੇ 4-5 ਲੱਖ ਇਨਸਾਨ ਇਕੱਠਾ ਹੋ ਗਿਆ, ਫਿਰ ਇਹਨਾਂ ਦਾ ਮੂੰਹ ਨਹੀਂ ਖੁੱਲਿਆ। ਫਿਰ ਕਹਿੰਦੇ ਠੀਕ ਹੈ ਜੀ, ਉਹ ਵੀ ਨੌਜਵਾਨ ਵੀ ਸਾਡੇ ਨਾਲ ਹੀ ਹੈ ਜੀ, ਉਹ ਵੀ ਲੜਾਈ ਲੜਦੇ ਆ, ਚਲੋ ਰਾਹ ਸਾਡੇ ਵੱਖਰੇ ਹੋ ਸਕਦੇ, ਲੜਾਈ ਤਾਂ ਸਾਡੀ ਇੱਕੋ। ਮਸਤੂਆਣਾ ਸਾਹਿਬ ਅਗਰ ਕੋਈ ਕਿਸੇ ਦੇ ਪਿੱਛੇ ਹੈਗਾ ਜਾਂ ਕਿਸੇ ਨੂੰ ਦਿਲੋਂ ਆਪਦਾ ਲੀਡਰ ਮੰਨਦਾ ਹੈ ਤਾਂ ਹੀ ਉਹਨਾਂ ਦੇ ਪਿੱਛੇ ਤੁਰੇ ਫਿਰਦੇ। ਇੱਥੇ ਸਾਨੂੰ ਤਾਂ ਕੋਈ ਗਰਮ ਖਿਆਲੀ ਲੱਭਾ ਨਹੀਂ ਜੀ। ਜੇ ਆਪਦੇ ਹਿੱਤਾਂ ਦੀ ਗੱਲ ਕਰਨੀ ਗਰਮ ਖਿਆਲੀ ਹੈ ਜਾਂ ਅੱਤਵਾਦੀ ਕਹਿ ਦਿੰਦੇ, ਖਾੜਕੂ ਕਹਿ ਦਿੰਦੇ, ਬੜਾ ਕੁਝ ਕਹਿੰਦੇ। ਜਿਹੜਾ ਇਨਸਾਨ ਆਪਦੇ ਹਿੱਤਾਂ ਲਈ ਬੋਲਦਾ ਉਹ ਗਰਮ ਖਿਆਲੀ ਤਾਂ ਹੋ ਨਹੀਂ ਸਕਦਾ। ਉਹਦੇ ਵਿੱਚ ਤਾਂ ਅਸੀਂ ਵੀ ਗਰਮ ਖਿਆਲੀ ਹਾਂ। ਜਿਹੜੀ ਚੀਜ਼ ਸਾਨੂੰ ਨਹੀਂ ਚੰਗੀ ਲੱਗਦੀ ਅਸੀਂ ਮੂੰਹ ਤੇ ਕਹਿ ਦਿੰਦੇ ਅਸੀਂ ਗਰਮ ਖਿਆਲੀ ਹਾਂ।
ਸਾਨੂੰ ਤਾਂ ਕਰਮ ਖਿਆਲੀ ਦੀ ਪਰਿਭਾਸ਼ਾ ਨਹੀਂ ਸਮਝ ਆਈ ਇਹਨਾਂ ਦੀ, ਕਹਿੰਦੇ ਕਿਹਨੂੰ ਕੀ ਕਹਿਣਾ ਚਾਹੁੰਦੇ। ਜਿਵੇਂ ਜੇਕਰ ਕਿਸਾਨ ਆਗੂਆਂ ਦੀ ਗੱਲ ਕਰੀਏ ਜਾਂ ਯੂਨੀਅਨ ਦੀ ਗੱਲ ਕਰੀਏ, ਉਹਨਾਂ ਦਾ ਇੱਕੋ ਹੈ ਕਿ ਜਿਹੜੇ ਰਾਜਸੀ ਲੋਕ ਨੇ ਇਹਨਾਂ ਤੋਂ ਦੂਰ ਰਹਿਣਾ। ਆਉਣ ਵਾਲੇ ਸਮੇਂ 'ਚ ਕਿਉਂਕਿ ਚੋਣਾਂ ਵੀ ਨੇੜੇ ਨੇ ਪੰਜਾਬ ਦੇ ਵਿੱਚ, ਜੇ ਰਾਜੇਵਾਲ ਸਾਹਿਬ ਦੀ ਗੱਲ ਕਰੀਏ ਤਾਂ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਨੇ। ਲੱਖੋਵਾਲ ਸਾਹਿਬ ਦੀ ਗੱਲ ਕਰੀਏ ਉਹ ਸਿੱਧਾ ਹੀ ਬਾਦਲ ਸਾਹਿਬ ਨਾਲ ਨੇ। ਭੁਪਿੰਦਰ ਸਿੰਘ ਮਾਨ ਨੇ ਉਹ ਕਾਂਗਰਸ ਨਾਲ ਨੇ। ਉਗਰਾਹਾਂ ਸਾਹਿਬ ਦਾ ਵੀ ਜਿਹੜਾ ਇੱਕ ਆਪਣਾ ਇਹਨਾਂ ਦਾ ਕਾਡਰ ਹੈ। ਤੇ ਇਸ ਤਰ੍ਹਾਂ ਆਉਣ ਵਾਲੇ ਸਮੇਂ ਜੇਕਰ ਵੇਖਿਆ ਜਾਵੇ ਤੇ ਅੱਜ ਦੀ ਜਿਹੜੀ ਇਹ ਮਸਤੂਆਣੇ ਵਾਲੀ ਰੈਲੀ ਹੈ, ਇੱਥੇ ਵੇਖਿਆ ਜਾਵੇ ਇੱਥੇ ਸਾਰੇ ਪਾਰਟੀਆਂ ਦੇ ਲੋਕ ਨੇ। ਚੋਣਾਂ ਹੋ ਗਈਆਂ ਨੇ, ਉੱਥੇ ਵੀ ਲੋਕਾਂ ਨੇ ਵਿਖਾ ਦਿੱਤਾ ਹੈ। ਤਾਂ ਜਿਹੜੀ ਪੰਜਾਬ ਦੀ ਰਣਨੀਤਿਕ ਜਿਹੜਾ ਮੈਦਾਨ ਹੈ, ਇਹ ਕਿਸ ਦੇ ਪਾਲੇ ਵਿੱਚ ਜਾ ਸਕਦਾ ਹੈ, ਜਾਂ ਫਿਰ ਇਹਦੀ ਵਿਉਂਤਬੰਦੀ ਕੋਈ ਨਵੀਂ ਧਿਰ? ਜਿਵੇਂ ਅੱਜ ਜੇਕਰ ਵੇਖਿਆ ਜਾਵੇ, ਸ਼ਾਇਦ ਇਹ ਲੱਖੇ ਸਿਧਾਣੇ ਦੇ ਪਿਆਰ ਨੂੰ ਲੋਕ ਇੱਥੇ ਆਏ ਹੋਏ ਨੇ ਸ਼ਾਇਦ। ਇਹ ਬਾਕੀ ਤੁਹਾਡਾ ਵੀ ਹੋਵੇ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਬਿਲਕੁਲ ਜੀ, ਅਸੀਂ ਲੱਖੇ ਸਿਧਾਣੇ ਤੇ ਦੀਪ ਸਿੱਧੂ ਦੇ ਪਿਆਰ ਕਰਕੇ ਇੱਥੇ ਆਏ ਆ। ਨੌਜਵਾਨੀ ਜਿਹੜੀ ਉਹਨਾਂ ਨੂੰ ਪਿਆਰ ਕਰਦੀ ਹੈ, ਆਪਦੇ ਲੀਡਰ ਮੰਨਦੀ ਹੈ, ਹੀਰੋ ਮੰਨਦੀ ਹੈ। ਪਰ ਜਿੰਨਾ ਚਿਰ ਪੰਜਾਬ ਦਾ ਕੋਈ ਵੀ ਨਵੀਂ ਰਾਜਨੀਤੀ ਜਾਂ ਰਾਜਨੀਤੀ ਨਵੀਂ ਤਾਂ ਹੀ ਬਣੂਗੀ ਜੇ ਅਸੀਂ ਇਕੱਠੇ ਹੋਵਾਂਗੇ। ਅਜੇ ਤਾਂ ਸਾਡੇ ਤੋਂ ਆਪਣੇ ਪਾੜੇ ਨਹੀਂ ਪੂਰੇ ਜਾਣ ਡਏ। ਇੱਥੇ ਕੱਲ੍ਹ ਨੂੰ ਕੋਈ ਚੋਣਾਂ ਹੋ ਜਾਣ, ਸਾਡੇ ਲੋਕਾਂ ਨੇ ਫਿਰ ਉਹੀ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਉਹਨਾਂ ਦੀਆਂ ਰੈਲੀਆਂ ਵੀ ਕਰਨੀਆਂ ਨੇ, ਉਹਨਾਂ ਦੇ ਮਗਰ ਵੀ ਜਾਣਾ, ਲੀਡਰਾਂ ਦੇ ਗਾਲਾਂ 'ਚ ਸਰੋਪੇ ਵੀ ਪਾਉਣੇ ਆ, ਹਾਰ ਵੀ ਪਾਉਣੇ, ਸਾਰਾ ਕੁਝ ਕਰਨਾ। ਇਹ ਜਿਹੜੀ ਰੈਲੀ ਇਹਦਾ ਇੱਕ ਨਾਲ ਇਹ ਵੀ ਪਰਪਸ ਹੈ ਕਿ ਜਿਹੜੇ ਪਰਚੇ ਦਰਜ ਹੋਣੇ ਲੱਖਾ ਸਿਧਾਣਾ, ਦੀਪ ਸਿੱਧੂ ਤੇ ਉਹਨਾਂ ਨੂੰ ਰੱਦ ਕਰਾਇਆ ਜਾਵੇ। ਬਿਲਕੁਲ ਜੀ, ਪਹਿਲਾ ਪਰਪਸ ਹੈ ਸਾਡਾ। ਪਹਿਲੀ ਮੰਗ ਸਾਡੀ ਇਹ ਕਿ ਜਿੰਨੇ ਵੀ ਨੌਜਵਾਨ ਬੇਕਸੂਰ ਜਿਹੜੇ ਫੜੇ ਗਏ ਨੇ, ਜੇਲ੍ਹਾਂ 'ਚ ਡੱਕੇ ਗਏ ਨੇ, ਉਹ ਸਾਰਿਆਂ ਦੇ ਪਰਚੇ ਰੱਦ ਕਰਕੇ ਜਿਹੜੇ ਅੰਦਰ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਸਾਡੀ ਜਥੇਬੰਦੀ ਦਾ ਇੱਕ ਨੌਜਵਾਨ ਆਗੂ ਆ ਭਾਈ ਜਬਰਜੰਗ ਸਿੰਘ ਜੀ, ਮੰਗੂ ਮੱਠ ਵਾਲੇ, ਸ਼ਾਇਦ ਤੁਹਾਨੂੰ ਪਤਾ ਹੋਊਗਾ। ਮੰਗੂ ਮੱਠ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਢਾਇਆ ਗਿਆ ਸੀ, ਉੱਥੇ ਦੁਬਾਰਾ ਨਿਸ਼ਾਨ ਸਾਹਿਬ ਚਲਾਉਣ ਵਾਲਾ ਸੀ ਜਬਰਜੰਗ ਸਿੰਘ ਭਾਈ ਮੰਗੂ ਮੱਠ ਦੇ ਨਾਮ ਨਾਲ। ਹੁਣ ਉਹਨਾਂ ਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ। ਉਹ ਵੀ ਪੱਛਮ ਬੰਗਾਲ ਵਾਸਤੇ ਚੱਲੇ ਸੀ। ਦਿੱਲੀ ਪੁਲਿਸ ਨੇ ਅਰੈਸਟ ਕੀਤਾ ਔਰ ਉਹਨਾਂ ਦੇ ਉੱਤੇ ਧਾਰਾਵਾਂ ਲਾਤੀਆਂ। ਇੱਕ ਤਾਂ ਕੋਈ ਮੇਰਾ ਬਾਬਾ ਬਲਵੀਰ ਸਿੰਘ ਜੀ, ਨਿਹੰਗ ਸਿੰਘ ਜਥੇਬੰਦੀਆਂ ਦੇ, ਉਹਨਾਂ ਦੀ ਇਹ ਜੀ ਕਤਲ ਦੀ ਸਾਜ਼ਿਸ਼ ਕਰ ਰਹੇ ਸੀ। ਕੁਛ ਉਹਨਾਂ ਨੇ ਮੇਨ ਨਾਂ ਨਹੀਂ ਪਾਇਆ ਵਿੱਚ, ਸਿੱਖ ਆਗੂ ਕਹਿ ਕੇ ਕੁਛ ਉਹਨਾਂ ਦੇ ਪਹਿਲੇ ਪਰਚੇ ਪੁਰਾਣੇ ਠੋਕ ਦਿੱਤੇ ਨੇ। ਪਹਿਲਾਂ 5 ਸਾਲ ਉਹਨਾਂ ਨੂੰ ਸਜ਼ਾ ਹੋਈ ਸੀ, ਜਿਹਦੇ ਵਿੱਚ ਉਹ ਕੱਟ ਕੇ ਬਾਹਰ ਆਏ ਹੋਏ ਸੀ। ਉਹਨਾਂ ਦਾ ਕੋਈ ਅਜੇ ਤੱਕ ਪਤਾ ਥੋ ਨਹੀਂ। ਅੱਜ ਉਹਨਾਂ ਦੀ ਮਾਤਾ ਜੀ ਨੂੰ ਅਸੀਂ ਸਪੈਸ਼ਲ ਬਠਿੰਡਾ ਤੋਂ ਲੈ ਕੇ ਇੱਥੇ ਸਟੇਜ ਤੇ ਲੈ ਕੇ ਆਏ ਹਾਂ ਪੱਤਰਕਾਰਾਂ ਦੇ ਰੂਬਰੂ ਕਰਨ ਵਾਸਤੇ। ਅਸੀਂ ਸਭ ਤੋਂ ਪਹਿਲਾਂ ਸਾਡੀ ਮੰਗ ਇੱਥੇ ਇਹੀ ਆ ਕਿ ਜਿੰਨੇ ਵੀ ਨੌਜਵਾਨਾਂ ਦੇ ਪਰਚੇ ਹੋਏ ਨੇ, ਉਹ ਪਰਚੇ ਬੇਗੁਨਾਹ ਜਿੰਨੇ ਨੌਜਵਾਨ ਅੰਦਰ ਨੇ, ਸਭ ਦੇ ਪਰਚੇ ਰੱਦ ਕਰਕੇ ਸਾਨੂੰ ਜਲਦੀ ਤੋਂ ਜਲਦੀ, ਔਰ ਇਹਦੇ ਵਿੱਚ ਸੰਯੁਕਤ ਮੋਰਚੇ ਨੂੰ ਪਹਿਲ ਦੇ ਆਧਾਰ ਤੇ ਦਖਲਅੰਦਾਜ਼ੀ ਕਰਨੀ ਚਾਹੀਦੀ ਆ। ਇਹ ਨਹੀਂ ਕਿ ਹਾਂ ਇਹ ਬੰਦਾ ਸਾਡੀ ਜਥੇਬੰਦੀ ਨਾਲ ਰਿਲੇਟਡ ਹੈ, ਇਹਨੂੰ ਅਸੀਂ ਇਹਦੀ ਜ਼ਮਾਨਤ ਕਰਾਵਾਂਗੇ, ਦੂਜੇ ਬੰਦੇ ਨੂੰ ਅਸੀਂ ਜਾਣਦੇ ਨਹੀਂ, ਕਿਉਂਕਿ ਗਿਆ ਉਹ ਵੀ ਸੰਘਰਸ਼ ਲੜਨ ਵਾਸਤੇ ਸੀ, ਚਾਹੇ ਉਹ ਕਿਸੇ ਜਥੇਬੰਦੀ ਨਾਲ ਜੁੜਿਆ ਨਹੀਂ ਜੁੜਿਆ। ਪੰਜਾਬ ਦਾ ਵਾਸੀ, ਕਿਸ ਤੋਂ ਹਰਿਆਣੇ ਦਾ ਵਾਸੀ, ਜਿਹੜਾ ਵੀ ਕੋਈ ਉੱਥੇ ਜਾ ਕੇ ਅਰੈਸਟ ਹੋਇਆ ਅੰਦੋਲਨ ਦੇ ਵਿੱਚ, ਉਹ ਹਰ ਇੱਕ ਇਨਸਾਨ ਦੀ ਰਿਹਾਈ ਪਹਿਲਾਂ ਹੋਣੀ ਚਾਹੀਦੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਾਡੇ ਉੱਪਰ ਬਹੁਤ ਜ਼ਿਆਦਾ ਪਰਚੇ ਦਰਜ ਨੇ। ਕਈ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਪਰ ਟਾਡਾ ਅਧੀਨ ਵੀ ਪਰਚੇ ਦਰਜ ਨੇ, ਤੇ ਜਦੋਂ ਲੱਖੇ ਸਿਧਾਣੇ, ਦੀਪ ਸਿੱਧੂ ਵਰਗਿਆਂ ਦੀ ਵਾਰੀ ਆਈ ਹੈ, ਇਹ ਰੌਲਾ ਪਾਉਂਦੇ ਫਿਰਦੇ ਨੇ। ਪਰਚੇ ਇਹ ਹੁੰਦੇ ਨੇ, ਪਰਚਾ ਇਹ ਹੁੰਦਾ ਕਿ ਜਦੋਂ ਕਿਸੇ ਦੇ ਪਰਚਾ ਕੱਟਣ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋਵੇ, ਉਹਨੂੰ ਪਰਚਾ ਕਿਹਾ ਜਾਂਦਾ। ਪਰਚਾ ਕਟਾ ਕੇ ਤੇ ਪੰਜਾਬ ਪੁਲਿਸ ਦੀਆਂ ਸਿਕਿਉਰਟੀਆਂ ਲੈ ਕੇ ਘੁੰਮਣਾ, ਉਹਨੂੰ ਪਰਚਾ ਨਹੀਂ ਕਿਹਾ ਜਾਂਦਾ। ਤੁਹਾਡਾ ਕਹਿਣ ਤੋਂ ਭਾਵ ਫਿਰ ਇਹ ਸਰਕਾਰ ਦੇ ਬੰਦੇ ਨੂੰ ਮਿਲੀ ਭੁਗਤਿਆ ਜੀ। ਸ਼ਰੇਆਮ ਸਾਨੂੰ ਪਤਾ ਲੱਗਦਾ ਪਿਆ, ਇੱਕ ਇਨਸਾਨ ਤੇ ਪਰਚਾ, ਉਹਨੂੰ ਪੁਲਿਸ 1 ਲੱਖ ਦਾ ਨਾਮ ਰੱਖਦੀ, ਉਹਨੂੰ ਰਾਤ ਤੋਂ ਰਾਤ ਕਿਤੇ ਨਾ ਕਿਤੇ ਲੱਭ ਕੇ ਉਹਨੂੰ ਅੰਦਰ ਠੋਕ ਦਿੰਦੀ ਹੈ। ਲੱਖੇ ਸਿਧਾਣੇ ਨੂੰ ਲੱਭਦੀ ਫਿਰਦੀ ਆ ਥਾਂ ਥਾਂ ਤੇ, 1 ਲੱਖ ਦਾ ਨਾਮ ਰੱਖਿਆ, ਉਹਨੂੰ ਸਾਹ ਕੱਢਣ ਨਹੀਂ ਦੇ ਰਹੇ ਬਾਹਰ। ਨੌਜਵਾਨੀ ਕਰਕੇ ਉਦੋਂ ਮਹਾਰਾਜ ਰੈਲੀ ਦੇ ਵਿੱਚ ਸਾਡਾ ਭਰਾ ਪਹੁੰਚਿਆ, ਉੱਥੇ ਚੈਲੰਜ ਵੀ ਅਸੀਂ ਕੀਤਾ ਸੀ। ਉਹਨੂੰ ਸਿਰਫ ਜਿਹੜੀ ਨੌਜਵਾਨੀ ਕਰਕੇ ਅਰੈਸਟ ਨਹੀਂ ਹੁਣ ਤੱਕ ਹੋ ਰਿਹਾ, ਨਹੀਂ ਤਾਂ ਜਥੇਬੰਦੀਆਂ ਨੂੰ ਕੋਈ ਕਸਰ ਨਹੀਂ। ਪਰ ਸਾਡੀਆਂ ਜਥੇਬੰਦੀਆਂ ਦੇ ਕਹਿੰਦੇ ਸਾਡੇ 35-36 ਬੰਦਿਆਂ ਦੇ ਪਰਚੇ ਆ, ਪਰ ਸਾਨੂੰ ਅੱਜ ਤੱਕ ਅਰੈਸਟ ਤਾਂ ਕਿਸੇ ਦੀ ਵੀ ਨਹੀਂ ਮਿਲੀ। ਫਿਰ ਅਸੀਂ ਇਹ ਚੀਜ਼ ਦੇ ਉੱਤੇ ਅਸੀਂ ਕੀ ਸੋਚਾਂਗੇ? ਤੁਸੀਂ ਕਿਵੇਂ ਉਮੀਦ ਰੱਖਦੇ ਹੋ ਵਾਰ-ਵਾਰ ਅਪੀਲਾਂ ਜਦੋਂ ਕਰਦੇ ਹੋ ਕਿ ਅਸੀਂ ਨਾਲ ਤੁਰਨ ਨੂੰ ਤਿਆਰ ਹਾਂ ਸੰਯੁਕਤ ਮੋਰਚੇ ਦੇ? ਦੇਖੋ ਜੀ, ਅਸੀਂ ਆਨੇ ਆ ਡੁੱਲੇ ਬੇਰਾਂ ਦਾ ਜੇ ਕੁਝ ਵਿਗੜਿਆ ਨਹੀਂਗਾ, ਪਰ ਅੱਜ ਦੀ ਰੈਲੀ ਤੋਂ ਬਾਅਦ ਜਿਹੜੀ ਨੌਜਵਾਨੀ ਆ, ਜਿਹੜੇ ਇੱਥੇ ਆਰਗੇਨਾਈਜ਼ਰ ਨੇ, ਸਾਰਿਆਂ ਦੀ ਮੀਟਿੰਗ ਹੋਊਗੀ। ਸੋਚਣਾ ਸਾਡਾ ਭਰਾ ਇੱਕ ਮਾਨ ਬਠਿੰਡੇ ਤੋਂ ਆ, ਉਹਨਾਂ ਨੇ ਮਹਾਰਾਜ ਰੈਲੀ ਦਾ ਪ੍ਰਬੰਧ ਕੀਤਾ ਸੀ। ਉਹਨਾਂ ਨੇ ਪਿਛਲੇ ਦਿਨੀ ਵੀਡੀਓ ਪਾਈ ਆ ਲਾਈਵ ਹੋ ਕੇ ਕਿ ਮਸਤੂਆਣਾ ਸਾਹਿਬ ਦੀ ਰੈਲੀ ਤੋਂ ਬਾਅਦ ਅਸੀਂ ਇੱਕ ਚਿੱਠੀ ਸੰਯੁਕਤ ਮੋਰਚੇ ਨੂੰ ਲਿਖਾਂਗੇ, ਜਿਹਦੇ ਵਿੱਚ ਕਿਹਾ ਜਾਊਗਾ ਸੰਯੁਕਤ ਮੋਰਚੇ ਨੂੰ ਕਿ ਲੱਖੇ ਸਿਧਾਣੇ ਨੂੰ ਅਪਣਾਇਆ ਜਾਵੇ ਔਰ ਸਟੇਜ ਤੇ ਬੁਲਾਇਆ ਜਾਵੇ। ਸਾਨੂੰ ਤੁਸੀਂ ਕਾਲ ਦਿਓ ਕਿ ਲੱਖਾ ਸਿਧਾਣਾ ਸਟੇਜ ਤੇ ਆਵੇ, ਅਸੀਂ ਲੱਖਾਂ ਦਾ ਇਕੱਠ ਲੈ ਕੇ ਲੱਖੇ ਸਿਧਾਣੇ ਨਾਲ ਲੈ ਕੇ ਸੰਯੁਕਤ ਮੋਰਚੇ 'ਚ ਪਹੁੰਚਾਂਗੇ ਔਰ ਦੁਬਾਰਾ ਉਹੀ ਜਿਹੜਾ ਮੋਰਚਾ ਸਾਡਾ ਚੜ੍ਹਦੀ ਕਲਾ ਦੇ ਵਿੱਚ ਹੋਊ। ਠੀਕ ਹੈ ਜੀ। ਸੋ ਹੁਣ ਇੱਕ ਦੇਖੋ, ਔਰਤ ਦਿਵਸ ਦੇ ਉੱਤੇ ਮੈਂ ਉਸ ਦਿਨ ਉਹ ਘਟਨਾ ਦੇਖੀ ਆ, ਮੈਨੂੰ ਦੇਖ ਕੇ ਉਸ ਦਿਨ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਹੋਈ ਆ। ਸਾਡੀ ਮਾਤਾ ਇੱਕ
ਉਹ ਕਾਫੀ 3.5-4 ਮਹੀਨੇ ਤੋਂ ਉੱਥੇ ਨੇ। ਉਹਨਾਂ ਨੇ ਸੰਘਰਸ਼ ਦੇ ਦੌਰਾਨ ਹੀ ਆਪਣਾ ਪਤੀ ਗਵਾਇਆ, ਸੰਘਰਸ਼ ਦੇ ਦੌਰਾਨ ਆਪਣਾ ਪੁੱਤ ਗਵਾ ਲਿਆ, ਇੱਕ ਪੁੱਤ ਸੀ ਉਹਨਾਂ ਦਾ, ਔਰ ਉਹ ਇਕੱਲੇ ਉੱਥੇ ਨੇ ਔਰ ਇੱਕ ਦਿਨ ਵੀ ਵਾਪਸ ਘਰੇ ਨਹੀਂ ਆਏ। ਜਦੋਂ ਉਹਨਾਂ ਨੇ ਸਟੇਜ ਦੇ ਉੱਤੇ ਦੀਪ ਸਿੱਧੂ ਔਰ ਲੱਖੇ ਸਿਧਾਣੇ ਦੇ ਹੱਕ ਦੇ ਵਿੱਚ ਨਾਅਰਾ ਮਾਰਿਆ ਕਿ ਮੈਂ ਆਪਦੇ 2 ਪੁੱਤਾਂ ਦੀ ਰਿਹਾਈ ਵਾਸਤੇ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਨਾਅਰਾ ਲਾਉਣੀ ਆ, ਜਦੋਂ ਉਹਨਾਂ ਨੇ 2 ਨਾਅਰੇ ਲਾਏ ਔਰ ਪਿੱਛੋਂ ਆਣ ਕੇ ਜਿਹੜੀਆਂ ਸਟੇਜ ਦੀਆਂ ਕਰਤਾ ਧਰਤਾ ਸੀ, ਉਹਨਾਂ ਨੇ ਬਾਹਾਂ ਤੋਂ ਫੜ ਕੇ ਉਹਨਾਂ ਨੂੰ ਸਟੇਜ ਮੈਕ ਤੋਂ ਪਿਛਾਂ ਖਿੱਚ ਲਿਆ ਕਿ ਤੁਹਾਡਾ ਟਾਈਮ ਪੂਰਾ ਹੋ ਗਿਆ। ਇੱਕ ਜਿਹੜੇ ਨੇ ਕਰਤਾ ਧਰਤਾ ਗਏ ਨੇ ਕੁਝ ਘੰਟਿਆਂ ਲਈ, ਮੰਨ ਲਓ ਉਸ ਦਿਨ ਔਰਤ ਦਿਵਸ ਸੀ, ਉਹ ਜਿਹੜੀਆਂ ਕਰਤਾ ਧਰਤਾ ਸੀ ਉਹ ਗਈਆਂ ਸੀ 2-4 ਘੰਟਿਆਂ ਵਾਸਤੇ। ਔਰ ਇੱਕ ਮਾਂ ਆ ਜਿਹਨੂੰ 4 ਮਹੀਨੇ ਹੋ ਗਏ ਉੱਥੇ, ਆਪਣਾ ਪਤੀ ਉੱਥੇ ਗਵਾ ਲਿਆ, ਆਪਣਾ ਪੁੱਤ ਉੱਥੇ ਗਵਾ ਲਿਆ, ਔਰ ਉਹਦੇ ਮੂੰਹ ਚੋਂ ਜੇ ਆਪਦੇ 2 ਪੁੱਤਾਂ ਵਾਸਤੇ, ਉਹਨਾਂ ਦੀ ਰਿਹਾਈ ਦੀ, ਉਹਨਾਂ ਦੀ ਚੜ੍ਹਦੀ ਕਲਾ ਲਈ 2 ਨਾਅਰੇ ਨਿਕਲ ਗਏ ਤੇ ਉਹਨਾਂ ਨੂੰ ਅੱਗ ਲੱਗ ਉੱਠੀ। ਨਾਲ ਦੀ ਨਾਲ ਮਾਤਾ ਜੀ ਤੁਹਾਡਾ ਟਾਈਮ ਪੂਰਾ ਆ ਗਿਆ, ਉਹਨੂੰ ਫੜ ਕੇ ਮੈਕ ਬਾਹਾਂ ਤੋਂ ਮੈਕ ਤੋਂ ਪਿਛਾਂ ਖਿੱਚ ਕੇ ਲੈ ਗਏ। ਇਸ ਚੀਜ਼ ਬਾਰੇ ਜਿਹੜਾ ਸੰਯੁਕਤ ਮੋਰਚਾ ਥੋੜਾ ਜਿਹਾ ਗੌਰ ਕਰੇ। ਹਰਮੀਤ ਜੀ, ਇੱਕ ਚੱਲਦੇ ਹੋਰ ਪੁੱਛਣਾ ਚਾਹਾਂਗੇ, ਜਿਵੇਂ ਪਹਿਲਾਂ ਸ਼ੁਰੂ ਦੇ ਵਿੱਚ ਦੀਪ ਸਿੱਧੂ ਤੋਂ ਸ਼ੁਰੂਆਤ ਹੋਈ ਹੈ, ਉਹ ਅੰਦਰ ਚਲਾ ਗਿਆ, ਉਸ ਤੋਂ ਬਾਅਦ ਉਹਨਾਂ ਦਾ ਸਾਥੀ ਹੀ ਬਹੁਤ ਜ਼ਿਆਦਾ ਬੋਲਦੇ ਹਨ ਉਹਨਾਂ ਵਾਸਤੇ, ਕੁਲਵਿੰਦਰ ਸਿੰਘ ਤਲਵਾੜਾ, ਉਹ ਵੀ ਚਲੇ ਗਏ ਨੇ। ਹਾਂਜੀ, ਲੱਖਾ ਸਿਧਾਣਾ ਜਿਹੜਾ ਹੈ ਬਹੁਤ, ਜਿਸ ਤਰ੍ਹਾਂ ਸੁਣੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਜਾਂ ਸੂਤਰਾਂ ਮੁਤਾਬਕ, ਬੜੇ ਔਖੇ ਤਰੀਕੇ ਨਾਲ ਮੁਸ਼ਕਿਲ ਹਾਲਾਤਾਂ ਦੇ ਵਿੱਚ ਫਸੇ ਹੋਏ ਹੈ ਤੇ ਔਖੇ ਸਮੇਂ ਚੋਂ ਲੰਘ ਰਿਹਾ ਹੈ। ਜੇ ਆਉਣ ਵਾਲੇ ਸਮੇਂ 'ਚ ਜਿਵੇਂ ਮਸਤੂਆਣਾ ਜਿਹੜੀ ਰੈਲੀ ਹੋਈ ਹੈ, ਇਸ ਦੇ ਵਿੱਚ ਜਿਹੜੀ ਅਗਵਾਈ ਕਰ ਰਹੇ ਨੇ ਕਿ ਸੁਖਪ੍ਰੀਤ ਸਿੰਘ ਉਦੋਂ ਕਿ ਹੁਣ ਚਾਹੇ ਬਾਬਾ ਬਖਸ਼ੀਸ਼ ਸਿੰਘ ਹੋਵੇ, ਤਾਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਵੀ ਹੋ ਸਕਦਾ ਕਿ ਇਹਨਾਂ ਨੂੰ ਬਿਲਕੁਲ ਜੀ, ਜਿਹੜਾ ਇਹਨਾਂ ਦੀ ਨਿਗਾਹ ਦੇ ਵਿੱਚ ਰੜਕਣਾ, ਉਹ ਸਾਰਿਆਂ ਦੇ ਉੱਤੇ ਉਹਨਾਂ ਨੇ ਕੇਸ ਵੀ ਪਾਉਣੇ ਆ, ਪਰਚੇ ਵੀ ਦਰਜ ਕਰਨਗੇ, ਹੋ ਸਕਦਾ ਸਭ ਨੂੰ ਚੱਕ ਕੇ ਅੰਦਰ ਕਰਨ ਦੀ ਕੋਸ਼ਿਸ਼ ਵੀ ਕਰਨ। ਇਸੇ ਕਰਕੇ ਅਸੀਂ ਬਾਰ-ਬਾਰ ਇਹੀ ਕਹਿ ਰਹੇ ਹਾਂ ਕਿ ਨੌਜਵਾਨਾਂ ਨੂੰ ਔਰ ਇਸ ਜਿਹੜੀ ਪੀੜ੍ਹੀ ਨੂੰ ਕੋਈ ਹੋਰ ਪ੍ਰੋਗਰਾਮ ਉਲੀਕਣ ਲਈ ਨਾ ਮਜਬੂਰ ਕਰਨ। ਜਥੇਬੰਦੀਆਂ, ਸੰਯੁਕਤ ਮੋਰਚਾ, ਇਹਦੇ ਤੋਂ ਪਹਿਲਾਂ ਕਿ ਕੋਈ ਹੋਰ ਪ੍ਰੋਗਰਾਮ ਲਿਖਿਆ ਜਾਵੇ, ਵੱਖਰੀ ਸਟੇਜਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ, ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਆਪਣੇ ਸੰਯੁਕਤ ਮੋਰਚੇ ਦੀ ਸਟੇਜ ਤੋਂ ਇਹ ਅਨਾਉਂਸ ਕਰਨਾ ਚਾਹੀਦਾ ਕਿ ਲੱਖਾ ਸਿਧਾਣਾ ਸਾਡੀ ਸਟੇਜ ਤੇ ਆਵੇ। ਪੰਜਾਬ ਦੀ ਲੱਖਾਂ ਨੌਜਵਾਨੀ, ਲੱਖਾਂ ਦੇ ਇਕੱਠ ਦੇ ਵਿੱਚ ਲੱਖੇ ਸਿਧਾਣੇ ਨੂੰ ਸੰਯੁਕਤ ਮੋਰਚੇ ਦੀ ਸਟੇਜ ਤੇ ਲੈ ਕੇ ਜਾਊ। ਔਰ ਇੱਕ ਖਾਸ ਕਰਕੇ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਜਿਹੜੇ ਸਿੰਗਰ ਸੀ ਨਾ, ਸਟਾਰਟ ਹੋਇਆ ਜਦੋਂ ਸਾਡਾ ਮੋਰਚਾ, ਬੜਿਆਂ ਨੇ ਗਾਣੇ ਕੱਢੇ ਆ, ਪੇਚਾ ਪੈ ਗਿਆ ਸੈਂਟਰ ਨਾਲ, ਵੱਢਾਂਗੇ ਸਾਡੀ ਪੈਲੀ 'ਚ ਬਗਾਨਾ ਕੋਈ ਬਹਿ ਗਿਆ। ਜਦੋਂ ਸਾਡੇ ਨੌਜਵਾਨ ਜਿਹੜੇ ਮੈਦਾਨ 'ਚ ਗੱਜੇ ਨੇ, ਜਦੋਂ ਉਹਨਾਂ ਨੂੰ ਚੱਕ ਕੇ ਅੰਦਰ ਕਰਤਾ, ਅਜੇ ਤੱਕ ਕਿਸੇ ਦੀ ਜ਼ੁਬਾਨ 'ਚੋਂ ਕੋਈ ਲਫ਼ਜ਼ ਨਹੀਂ ਨਿਕਲਿਆ। ਇੱਕ ਪਾਸੇ ਜਦੋਂ ਆਪਾਂ ਕਹਿੰਦੇ ਆ ਨਾ ਕਿ ਪੰਜਾਬ ਦੀ ਹੋਂਦ, ਪੰਜਾਬੀ ਸਿੰਗਰਾਂ ਦੇ ਉੱਤੇ ਬੜੀ ਦੇਣ ਹੁੰਦੀ ਆ ਪੰਜਾਬ ਨੂੰ, ਤੇ ਇਹਦਾ ਮਤਲਬ ਇਹ ਵੀ ਆ ਕਿ ਜਦੋਂ ਤੁਸੀਂ ਇਹੋ ਜਿਹੇ ਚੱਕਵੇਂ ਗਾਣੇ ਬਣਾਏ ਔਰ ਗਾਣੇ ਕੱਢੇ, ਹੋ ਸਕਦਾ ਬੜੀ ਨੌਜਵਾਨੀ ਆ ਜਿਹਦਾ ਖੂਨ ਵਾਲੇ ਮਾਰਦਾ, ਉਹ ਜਾ ਕੇ ਜਦੋਂ ਅਗਲਾ ਜੂਝਦਾ ਉੱਥੇ ਫਸ ਜਾਂਦਾ, ਫਿਰ ਤੁਸੀਂ ਉਹਦੇ ਹੱਕ 'ਚ ਇੱਕ ਨਾਅਰਾ ਵੀ ਨਹੀਂ ਮਾਰ ਸਕਦੇ। ਜਾਂ ਤਾਂ ਫਿਰ ਜੇ ਤਾਂ ਤੁਹਾਡੀਆਂ ਲੱਤਾਂ ਭਾਰ ਨਹੀਂ ਝੱਲਦੀਆਂ, ਫਿਰ ਤੁਸੀਂ ਇਹ ਨਾ ਕਰਿਆ ਕਰੋ ਆਪਣੀ TRP ਲੈਣ ਲਈ ਲੇਖਕ ਤੋਂ ਗਾਣਾ ਲਿਖਵਾਇਆ ਔਰ ਚਲਾਇਆ, ਰੁਪਈਏ ਕਮਾਏ ਔਰ ਸਾਈਡ ਤੇ ਹੋ ਗਏ। ਹੁਣ ਆਪ ਵਿਆਹਾਂ ਦੇ ਵਿੱਚ ਲੋਕਾਂ ਦੇ ਖਾੜੇ ਲਾਉਂਦੇ ਫਿਰਦੇ ਆ, ਜਿਹੜੇ ਸਾਡੇ ਨੌਜਵਾਨ ਉਹ ਜਾ ਕੇ ਜੇਲ੍ਹਾਂ 'ਚ ਫਸੇ। ਕਲਾਕਾਰ ਤਾਂ ਸਭ ਦੇ ਸਾਂਝੇ ਹੁੰਦੇ ਨੇ, ਉਹ ਵਿਆਹ ਸ਼ਾਦੀਆਂ 'ਚ ਉਹਨਾਂ ਨੇ ਜਾਣਾ, ਜਿਹੜੀਆਂ ਪਾਰਟੀਆਂ ਵਿਰੁੱਧ ਨੇ ਚਾਹੇ ਹੱਕ 'ਚ ਨੇ, ਉਹਨਾਂ ਦੇ ਵੀ ਉਹਨਾਂ ਨੇ। ਪਰ ਅਸੀਂ ਇੱਕ ਬਾਈਟ ਤਾਂ ਦੇ ਸਕਦੇ ਹਾਂ ਜੀ, ਕਿੱਡੀ ਗੱਲ ਹੈ, 2 ਲਫ਼ਜ਼ ਲਾਈਵ ਹੋ ਕੇ ਬੋਲ ਦੋ ਕਿ ਸਾਡੇ ਜਿਹੜੇ ਭਰਾ ਨੇ ਲੱਖਾ ਸਿਧਾਣਾ, ਦੀਪ ਸਿੱਧੂ ਆ, ਜਾਂ ਜਿੰਨੇ ਹੋਰ ਵੀ ਨੇ, ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਮਸ਼ਹੂਰ ਚਿਹਰਾ ਹੋਈ ਆ, ਬੜੇ ਨੌਜਵਾਨ ਨੇ ਪਿੰਡਾਂ ਦੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਉਹ ਵੀ ਅੰਦਰ, ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂਗਾ ਕਿ ਕਿਹੜੇ ਥਾਣੇ 'ਚ ਕੇਸ ਆ, ਕਿੱਥੇ ਸੁੱਟਿਆ ਕਿੱਥੇ ਨਹੀਂ ਸੁੱਟਿਆ। ਇਹ ਜਥੇਬੰਦੀਆਂ ਦੇ ਨਾਲ ਦਿਨ ਰਾਤ ਮੀਟਿੰਗਾਂ ਕਰਦੇ ਨੇ, ਬਹਿੰਦੇ ਨੇ, ਜਿੰਨੇ ਸਿੰਗਰ ਇਹਨਾਂ ਦੇ ਨੇੜੇ ਨੇ। ਇਹ ਵੀ ਤਾਂ ਜਥੇਬੰਦੀਆਂ ਨੂੰ ਕਹਿ ਸਕਦੇ, ਕਿ ਜਥੇਬੰਦੀਆਂ ਦੇ ਲੀਡਰਾਂ ਨੂੰ, ਕਿ ਨਹੀਂ ਅਸੀਂ ਨੌਜਵਾਨੀ ਨੂੰ ਨਾਲ ਲੈ ਕੇ ਤੁਰਨਾ। ਸਿੰਗਰ ਜਿਹੜੇ ਆ ਉਹ ਵੀ ਨੌਜਵਾਨੀ 'ਚ ਹੀ ਆਉਂਦੇ ਨੇ। ਮੇਰਾ ਇਹ ਨਹੀਂ ਦੇਖਣਾ ਕਿ ਜਿਹੜਾ ਪੱਲੜਾ ਭਾਰੀ ਆ ਉਸੇ ਪਾਸੇ ਚਾਵੇਂ ਚੁੱਲ੍ਹੇ ਵਾਲਾ ਕੰਮ ਤਾਂ ਨਾ ਕਰਨ। ਜੇ ਅੱਜ ਲੱਖੇ ਸਿਧਾਣੇ, ਦੀਪ ਸਿੱਧੂ ਹੋਣੀ ਬੈਕਗਰਾਊਂਡ ਤੇ ਇਹਨਾਂ ਜਥੇਬੰਦੀਆਂ ਨੇ ਧੱਕਤਾ ਸਾਨੂੰ, ਤੇ ਅਸੀਂ ਜਥੇਬੰਦੀਆਂ ਦੇ ਪੱਖ 'ਚ ਜਾ ਕੇ ਖੜ੍ਹ ਜਾਈਏ। ਜਦੋਂ ਦੀਪ ਸਿੱਧੂ ਬਾਹਰ ਆ ਗਿਆ, ਜਦੋਂ ਸਾਡੀ ਚੜ੍ਹਦੀ ਕਲਾ ਹੋ ਗਈ, ਹੋ ਸਕਦਾ ਇਹ ਚੁੱਕ ਕੇ ਸਾਡੇ ਵਾਲੇ ਪਾਸੇ ਆ ਜਾਣ, ਮੁੜ ਕੇ ਇਹਨਾਂ ਨੂੰ ਨਹੀਂ ਕਿਸੇ ਨੇ ਪੁੱਛਣਾ। ਜੇ ਕਿਸੇ ਨੇ ਸਟੈਂਡ ਲੈਣਾ ਤਾਂ ਫਿਰ ਸਹੀ ਮਰਦਾਂ ਵਾਲਾ ਸਟੈਂਡ ਲਓ। ਠੀਕ ਹੈ। ਤੇ ਹਰਮੀਤ ਸਿੰਘ ਜੀ, ਤੁਸੀਂ ਇੰਨਾ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ।